मैं हुण गुरु काशी ਸਾਹਿਤ ਅਕੈਡਮੀ ਦੇ ਪ੍ਰਧਾਨ हरगोबिंद शेखपुरिया जी ਨੂੰ ਬੇਨਤੀ ਕਰੂੰਗਾ ਕਿ ਉਹ ਅੱਜ ਪੜ੍ਹੇ ਗਏ ਪੇਪਰ ਤੇ ਬਹਿਸ ਆਰੰਭ ਕਰਨ। हरगोबिंद शेखपुरिया। ਪਿੰਡੂ ਸਾਹਿਤ ਸਭਾ ਬਾਰਿਆਂ ਵਾਲੀ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਾਡੇ ਕੋਈ 22-24 ਪੁਸਤਕਾਂ ਦੇ ਰਚੇਤਾ ਸਾਹਿਤਕਾਰ ਦਰਸ਼ਨ ਸਿੰਘ ਪ੍ਰੀਤੀਮਾਨ ਜਿਨ੍ਹਾਂ ਨੂੰ ਅਸੀਂ ਥੋੜਾ ਸਮਾਂ ਪਹਿਲਾਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਵੀ ਚੁਣਿਆ। ਉਹਨਾਂ ਦੀ ਪੁਸਤਕ ਢਲਦੇ ਪਰਛਾਵੇਂ ਤੇ ਮੈਂ ਆਪ ਸਭ ਪ੍ਰਧਾਨਗੀ ਮੰਡਲ ਔਰ ਸਾਹਮਣੇ ਬੈਠੇ ਸਾਹਿਤਕਾਰ ਸਰੋਤਿਆਂ ਨੂੰ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਮੁਬਾਰਕ ਪੇਸ਼ ਕਰਦਾ। ਮੈਂ ਦੱਸਣਾ ਚਾਹੁੰਦਾ ਕਿ ਪ੍ਰੋਫੈਸਰ ਸੁਰਿੰਦਰ ਪਾਲ ਕੌਰ ਨੇ ਬਹੁਤ ਹੀ ਸੰਜੀਦਗੀ ਨਾਲ ਸਪਸ਼ਟਤਾ ਨਾਲ ਆਪਣੀ ਸੰਵੇਦਨਸ਼ੀਲ ਬੁੱਧੀ ਸ਼ੁੱਧੀ ਨਾਲ ਪਰਚਾ ਪੜ੍ਹਿਆ। ਅਸੀਂ ਸਭ ਨੇ ਸੁਣਿਆ, ਕੋਈ ਗੱਲ ਬਾਕੀ ਨਹੀਂ ਰਹੀ ਜਿਹੜੀ ਇਹਨਾਂ ਨੇ ਸਾਰੀ ਢਲਦੇ ਪਰਛਾਵਿਆਂ ਨੂੰ ਦੇਖਦਿਆਂ ਪੁਸਤਕ ਦੇ ਵਿੱਚੋਂ ਕੋਈ ਰਹਿ ਗਈ ਹੋਵੇ। ਤੁਸੀਂ ਸਾਰੇ ਸਾਹਿਤਕਾਰ ਸੂਝਵਾਨ ਇਸ ਦੇ ਅੱਗੇ ਆਪਣੇ ਆਪਣੇ ਸਮੇਂ ਦੇ ਵਿੱਚ ਚਰਚਾ ਕਰੋਗੇ, ਪਰ ਮੈਂ ਉਸ ਤੋਂ ਪਹਿਲਾਂ ਇਹ ਦਰਸ਼ਨ ਪ੍ਰੀਤੀਮਾਨ ਦੀ ਜਿਹੜੀ ਮੇਰੇ ਨਾਲ ਵਾਕਫੀਅਤ ਹੋਈ, ਤੁਹਾਡੇ ਨਾਲ ਹੋਈ, ਪੁਸਤਕਾਂ ਦੇ ਨਾਲ, ਇਹ ਸਾਹਿਤ ਸੰਸਾਰ ਨਾਲ ਪਈ, ਉਹਦੇ ਬਾਰੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਬਹੁਤ ਸਾਲ ਪਹਿਲਾਂ ਮੈਂ ਦਵਿੰਦਰਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਰਦੂ ਦੇ ਵਿੱਚ ਤਰਜਮਾ ਕੀਤਾ, ਉਹਨਾਂ ਨਾਲ ਇੱਕ ਇੰਟਰਵਿਊ ਕਰਨ ਆਇਆ, ਜਿਹੜੀ ਕਿ ਮੇਰੇ ਸਾਹਿਤਕ ਰੰਗ ਪੁਸਤਕ ਦੇ ਵਿੱਚ ਵੀ 14ਵੀਂ ਪੁਸਤਕ ਹੈ ਸ਼ਾਇਦ, ਉਹਦੇ 'ਚ ਪਾਇਆ। ਤਾਂ ਇਹਨਾਂ ਦੇ ਬਾਰੇ ਜਾਣਕਾਰੀ ਮਿਲੀ। ਪਹਿਲਾਂ ਵੀ ਮੈਂ ਪੜ੍ਹਦਾ ਸੀ, ਉਸ ਤੋਂ ਪਹਿਲੇ ਬਹੁਤ ਸਾਲ ਪਹਿਲਾਂ, ਪਰ ਮੈਂ ਇਹਨਾਂ ਦੇ ਘਰ ਗਿਆ ਤੇ ਮੈਂ ਹੈਰਾਨ ਹੋ ਗਿਆ ਕਿ ਇੰਨਾ ਸਾਹਿਤ, ਇੰਨਾ ਕੱਚੇ ਖਰੜੇ ਪੱਕੇ ਕਿਤਾਬਾਂ ਤੇ ਇਸ ਘਰ ਹੋਣ ਦਰਸ਼ਨ ਸਿੰਘ ਪ੍ਰੀਤੀਮਾਨ ਵਰਗੇ ਬੰਦੇ ਦੇ, ਤੇ ਮੈਂ ਹੈਰਾਨ ਹੋ ਗਿਆ। ਉਸ ਦਿਨ ਤੋਂ ਉਸ ਹਾਲਾਤਾਂ ਨੂੰ, ਜਿਨ੍ਹਾਂ ਹਾਲਾਤਾਂ 'ਚ ਇੱਕ ਸਾਹਿਤਕਾਰ ਸਾਡਾ ਗੁਜ਼ਰ ਰਿਹਾ ਸੀ, ਮੇਰੇ ਮਨ ਨੂੰ ਇੱਕ ਠੇਸ ਵੀ ਪਹੁੰਚੀ, ਮੈਨੂੰ ਟੁੰਬਿਆ ਵੀ। ਤੇ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਧਰਤੀ ਦੀ ਖੁਸ਼ਬੂ ਦੇ ਨਾਲ ਨਾਲ ਪਿੰਡ ਪਿੰਡ ਗਲੀ ਗਲੀ ਵਿਚਾਰਾਂ ਦੀ ਖੁਸ਼ਬੂ ਫੈਲਾਉਂਦਾ ਫਿਰਦਾ ਸਾਹਿਤਕਾਰ ਦਰਸ਼ਨ ਪ੍ਰੀਤੀਮਾਨ। ਮੈਂ ਉਹ ਨਿਊਜ਼ੀਲੈਂਡ, ਕੈਨੇਡਾ ਜਾਂ ਹੋਰ ਦੂਸਰੇ ਅਖਬਾਰਾਂ 'ਚ ਭੇਜਿਆ ਤੇ ਮੈਨੂੰ ਇਹ ਗੱਲ ਦੱਸਣ 'ਚ ਵੀ ਬੜਾ ਫਖਰ ਹੈ ਕਿ ਦਰਸ਼ਨ ਪ੍ਰੀਤੀਮਾਨ ਖੁਦ ਆਪ ਦੁਨੀਆ ਦਾ ਉਹ ਕਿਹੜਾ ਦੇਸ਼ ਮੈਂ ਨਾ ਗਿਣ ਸਕਾਂ ਜਾਂ ਲੈ ਸਕਾਂ, ਜਿਸ ਦੇਸ਼ ਦੇ, ਅਮਰੀਕਾ ਦੇ, ਕੈਨੇਡਾ ਦੇ, ਨਿਊਜ਼ੀਲੈਂਡ ਦੇ, ਆਸਟ੍ਰੇਲੀਆ ਦੇ, ਜਰਮਨੀ ਦੇ, ਜਾਪਾਨ ਦੇ ਜਾਂ ਹੋਰ ਅਖਬਾਰਾਂ ਦੇ, ਬਾਹਰਲੇ ਅਖਬਾਰ ਜਿਹੜੇ ਸਪਤਾਹਿਕ ਹੈ ਜਾਂ ਆਨਲਾਈਨ ਭਾਵੇਂ ਜਾਂਦੇ ਨੇ ਜਾਂ ਪੇਪਰ ਬਣਦੇ ਨੇ, ਹਮਦਰਦ ਵਗੈਰਾ, ਉਹ ਕਿਹੜੇ ਅਖਬਾਰ ਹੈ ਜਿਨ੍ਹਾਂ 'ਚ ਇਹਦਾ ਕਾਲਮ ਨਹੀਂ ਛਪਦਾ ਰਿਹਾ। ਔਰ ਇੰਨੀ ਮਿਹਨਤ ਕਰਨਾ, ਮੈਂ ਆਪਦੇ ਆਪ ਨੂੰ ਸਮਝਦਾ ਕਿ ਸਾਡੇ 'ਚੋਂ ਸ਼ਾਇਦ ਕੋਈ ਨਾ ਕਹਿ ਸਕਦਾ ਹੋਵੇ। ਮੈਂ ਆਪਣੀ ਸਵੈ ਜੀਵਨੀ, ਮੇਰੀਆਂ ਪਹਿਲਾਂ ਲਿਖਦਾ, ਹੁਣ ਵੀ ਲਿਖ ਰਿਹਾ ਸੀ, ਅੱਜ ਦੀ ਗੱਲ ਸਾਰੀ ਪਾਊਂਗਾ, ਪਰ ਮੈਂ ਵੀ ਫੇਲ ਹੋ ਗਿਆ ਕਿ ਜਿੰਨਾ ਮੈਂ ਵੱਧ ਲਿਖਦਾ ਦਿਨ ਰਾਤ, ਦਰਸ਼ਨ ਪ੍ਰੀਤੀਮਾਨ ਉਸ ਤੋਂ ਕਿਤੇ ਵੱਧ ਲਿਖਦਾ। ਇਸ ਗੱਲ ਦੀ
ਦਾਤ ਦੇਣੀ ਬਣਦੀ ਹੈ ਔਰ ਇਹਨਾਂ ਦੀ ਕਦਰ ਜਿਹੜੀ ਸਾਡੀ ਸਰਕਾਰਾਂ ਨੇ ਪਾਉਣੀ ਹੈ ਜਾਂ ਪਾਉਣੀ ਚਾਹੀਦੀ ਹੈ ਉਹ ਮੈਂ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਵੀ ਦਰਖਾਸਤ ਕਰੂੰਗਾ ਕਿ ਇਹ ਜਿਹੇ ਲੋਕਾਂ ਦਾ ਮੈਂ ਕੱਲ ਪਰਸੋਂ ਇੱਕ ਪੜ੍ਹ ਰਿਹਾ ਸੀ ਬੁੱਧ ਸਿੰਘ ਨੀਲੋਂ ਦਾ ਬੜਾ ਖੜਾਕੂ ਲੇਖਕ ਹੈ ਉਸਨੇ ਸੱਚੀ ਇੱਕ ਵਿਅੰਗਾਤਮਕ ਬੁਝਾਰਤ ਪਾਈ ਹੈ ਪਰ ਮੈਨੂੰ ਲੱਗਿਆ ਕਿ ਜਾਂ ਤਾਂ ਉਹ ਮੇਰੇ ਤੇ ਕਹਿ ਰਿਹਾ ਹੈ ਜਾਂ ਕਿਸੇ ਹੋਰ ਤੇ ਪਰ ਉਹ ਦਰਸ਼ਨ ਪ੍ਰੀਤੀਮਾਨ ਤੇ ਵੀ ਲਾਗੂ ਹੁੰਦੀ ਹੈ। ਤੁਸੀਂ ਸਭ ਨੇ ਪੜ੍ਹੀ ਹੋਣੀ ਹੈ ਸੋਸ਼ਲ ਮੀਡੀਆ ਤੇ। ਮੈਂ ਇਹ ਗੱਲਾਂ ਤਾਂ ਕਰ ਰਿਹਾ ਮੈਂ ਉਹ ਕਿਤਾਬ ਤੇ 1 ਮਿੰਟ ਚ ਆ ਕੇ ਖਤਮ ਕਰੂੰਗਾ। ਤੁਸੀਂ ਲੋਕ ਬੋਲੋਗੇ ਬੀਬਾ ਨੇ ਬੜਾ ਪਰਚਾ ਪੜ੍ਹਿਆ ਜਗਦੇਵ ਸਿੰਘ ਜੀ ਕਮਾਲੂ ਬੈਠੇ ਹੈ ਉਸ ਵਿਧਾਨ ਸਭਾ ਦੇ ਪ੍ਰਤੀਨਿਧਤਵ ਕਰਦੇ ਹੈ ਉਸ ਸਰਕਾਰ ਚ ਇਹ ਮਤ ਕਹਿਣ ਕਿ ਅਸੀਂ ਉਸ ਪਾਰਟੀ ਦੇ ਆ ਜਾਂ ਉਸ ਪਾਰਟੀ ਦੇ ਆ। ਵਿਧਾਨ ਸਭਾ ਦਾ ਸੰਵਿਧਾਨਕ ਤੇ ਵਿਧਾਨਕ ਤੌਰ ਤੇ ਐਮਐਲਏ ਜਿਹੜਾ ਹੈ ਉਹ ਸਰਵੇ ਸਰਵਾ ਹੁੰਦਾ ਹੈ। ਸਾਡੇ ਮੁਲਕ ਦੀ ਇਹ ਤਰਾਸਦੀ ਹੈ ਕਿ ਸਾਡੇ ਮੁਲਕ 'ਚ ਮੈਂ ਤਾਂ ਉਸ ਪਾਰਟੀ ਦਾ ਨਹੀਂ ਮੈਂ ਤਾਂ ਉਸ ਪਾਰਟੀ ਹਜੇ ਇਸ ਗੱਲ ਚੋਂ ਨਹੀਂ ਨਿਕਲੀ। ਅਸੀਂ ਤਾਂ ਥੱਲੇ ਆ ਅਸੀਂ ਤਰੱਕੀ ਤਾਂ ਨਹੀਂ ਕਰ ਸਕੇ। ਜਦੋਂ ਬੰਦਾ ਕੋਈ ਐਮਐਲਏ ਬਣ ਜਾਂਦਾ ਹੈ ਉਹ ਕਿਸੇ ਪਾਰਟੀ ਦਾ ਨਹੀਂ ਰਹਿੰਦਾ ਉਹ ਵਿਧਾਨ ਸਭਾ ਦਾ ਹੁੰਦਾ ਉਹ ਸਰਕਾਰ ਦਾ ਹੁੰਦਾ। ਸਾਡੇ 'ਚ ਆਹੀ ਨਹੀਂ ਨਿਕਲਿਆ 70 ਸਾਲਾਂ ਤੋਂ। ਅਸੀਂ ਤਰੱਕੀ ਤਾਂ ਹੀ ਨਹੀਂ ਕਰਦੇ ਤੇ ਨਾ ਕਰ ਸਕਦੇ ਹਾਂ। ਅਸੀਂ ਇਹਨਾਂ ਲੋਕਾਂ ਦੀ ਕੀ ਸਹਾਇਤਾ ਕਰ ਸਕਦੇ ਹਾਂ ਦਰਸ਼ਨ ਪ੍ਰੀਤੀਮਾਨ ਵਰਗਿਆਂ ਦੀ ਕੋਈ ਨਹੀਂ ਕਰ ਸਕਦੇ। ਮੈਂ ਬੁੱਧ ਸਿੰਘ ਨੀਲੋਂ ਦੀ ਗੱਲ ਕਰਾਂ ਉਹਨੇ ਕਿਹਾ ਇੱਕ ਬੰਦੇ ਦੀ ਇੱਕ ਕਿਤਾਬ ਆਈ ਹੈ ਉਹ ਤੇ ਕੁਝ ਦਿਨਾਂ ਨੂੰ ਸਰਕਾਰ ਪਤਾ ਨਹੀਂ ਭਾਸ਼ਾ ਵਿਭਾਗ ਪਤਾ ਨਹੀਂ ਕੌਣ PhD ਕਰਾਉਣ ਜਾ ਰਿਹਾ ਹੈ ਪਰ ਇੱਕ ਪਾਸੇ 18 ਕਿਤਾਬਾਂ ਹਰਗੋਬਿੰਦ ਸ਼ੇਖਪੁਰੀਆ ਵਰਗੇ ਲੇਖਕ ਚੁੱਕੇ ਨੇ 9 ਲੱਖ ਦਾ ਰੁਪਈਆ ਲਾ ਚੁੱਕੇ ਨੇ। ਤੁਹਾਨੂੰ ਕਿਹਨੂੰ ਨਹੀਂ ਪਤਾ ਦਰਸ਼ਨ ਪ੍ਰੀਤੀਮਾਨ 22 ਕਿਤਾਬਾਂ ਲਿਖ ਚੁੱਕਿਆ ਔਰ ਕਰਦਾ ਕੀ ਸੀ। ਮੈਨੂੰ ਕਹਿੰਦੇ ਤੁਸੀਂ ਉਹ ਗੱਲ ਨਾ ਬੋਲਿਓ ਮੈਂ ਨਹੀਂ ਰਹਿ ਸਕਦਾ। ਜਗਦੇਵ ਸਿੰਘ ਬੈਠੇ ਨੇ ਇੱਕ ਅਚਾਰ ਬਣਵਾਵੇ ਆਪਦੀ ਪਤਨੀ ਆਪਦੇ ਬੱਚਿਆਂ ਤੋਂ ਬੰਦਾ ਤੇ ਉਹ ਰਿਫਾਈਨਰੀ 'ਚ ਵੇਚਣ ਜਾਵੇ। ਸਾਡੇ ਸਾਹਿਤਕ ਸੰਸਾਰ ਨੂੰ ਸਾਡੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ 22 ਕਿਤਾਬਾਂ ਤੇ ਪੈਸਾ ਕਿੱਥੋਂ ਲਾਇਆ ਹੋਣਾ ਇਸ ਬੰਦੇ ਨੇ। ਕਿਤਾਬ ਕੋਈ ਖਰੀਦਦਾ ਨਹੀਂ ਹੈ। ਮੈਂ ਕਹਿਣਾ ਧੰਨ ਹੈ ਉਹ ਲੋਕ ਜਿਨ੍ਹਾਂ ਨੇ ਇਹਨਾਂ ਦੇ ਮੈਂ 1-2 ਉਦਾਹਰਨਾਂ ਦੇਵਾਂਗਾ। ਮੈਨੂੰ ਤਾਂ ਇਹ ਆਦਤ ਹੈ ਕਿ ਮੈਂ ਲੋਕਾਂ ਦੇ ਸਾਹਮਣੇ ਰੱਖ ਦਿਆਂ ਤੇ ਦਰਸ਼ਨ ਪ੍ਰੀਤੀਮਾਨ ਦਾ ਪੱਖ ਜਿਹੜਾ ਹੈ ਉਹ ਸੱਚਾ ਹੈ। ਇੱਥੇ ਕੋਈ ਵਡਿਆਈ ਨਹੀਂ ਹੈ ਕਿਸੇ ਦੀ ਕਿ ਇਹਨਾਂ ਨੂੰ ਬਹੁਤ ਹੀ ਮੈਂ ਨਹੀਂ ਰੋਂਦਾ ਮੇਰੀ ਕਲਮ ਰੋਂਦੀ ਹੈ। ਠੀਕ ਹੈ ਕੋਈ ਗੱਲ 'ਚ ਦਮ ਹੋਣਾ ਤਾਂ ਬਾਹਰਲੇ ਮੁਲਕਾਂ ਦੇ ਲੋਕਾਂ ਨੇ 2.5 ਲੱਖ ਰੁਪਏ ਦਾ ਇਹਨਾਂ ਨੂੰ ਇਨਾਮ ਸਨਮਾਨ ਵੀ ਦਿੱਤਾ ਹੈ। ਇਹ ਗੱਲ ਨਹੀਂ ਹੈਗੀ। ਇਹ ਵੀ ਦਿਨ ਆਉਣੇ ਸੀ ਇਸ ਦੇ ਉੱਤੇ ਉਹ ਧਾਲੀਵਾਲ ਨੇ ਇਹਨਾਂ ਨੂੰ ਕਿਤੇ ਲੱਖ ਰੁਪਏ ਦਾ ਸਨਮਾਨ ਵੀ ਦਿੱਤਾ ਹੈ। ਇੱਕ ਹੋਰ ਹੈ ਸਾਰੇ ਜਾਣਦੇ ਹੋ ਤੁਸੀਂ ਮੈਂ ਨਾਂ ਲੈਣ ਲੱਗ ਗਿਆ ਸਮਾਂ ਜ਼ਿਆਦਾ ਲੱਗ ਜਾਊਗਾ ਤਾਂ ਉਸ ਵੇਲੇ ਦੇ ਕਿਸੇ ਮੰਤਰੀ ਜਨਮੇਜਾ ਸਿੰਘ ਨੇ ਇਹਨਾਂ ਦਾ ਮਾਨ ਸਨਮਾਨ ਉਹ ਦਿੱਤਾ ਹੈਗਾ ਪਰ ਉਹ ਐ ਨਹੀਂ ਦਿੱਤਾ ਕਿ ਪੋਲੀਟੀਕਲੀ ਜਾਂ ਹੋਰ। ਇਹਨਾਂ ਦੀ ਕਲਮ 'ਚ ਦਮ ਸੀ। ਇਹਨਾਂ ਦੀ ਉਹ ਕਿਤਾਬ ਪੜ੍ਹੀ ਉਹਨਾਂ ਨੇ ਉਹਦੇ ਵਿੱਚ ਕੋਈ ਵਜਨ ਸੀ ਤਾਂ ਦਿੱਤਾ। ਅਸੀਂ ਤਾਂ ਕਿਸੇ ਨੂੰ ਲੱਖ ਰੁਪਇਆ ਗ੍ਰਾਂਟ ਨਹੀਂ ਦੇ ਸਕਦੇ ਐਵੇਂ ਕੌਣ ਦਿੰਦਾ ਹੈਗਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਪੈਸਾ ਕੋਈ ਨਹੀਂ ਦਿੰਦਾ। ਤਾਂ ਮੈਂ ਇੱਥੇ ਸਮਾਪਤ ਕਰਦਾ ਹੋਇਆ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਢਲਦੇ ਪਰਛਾਵੇਂ ਹੈ ਇਹ ਕਿਤਾਬ ਪੜ੍ਹਨ ਯੋਗ ਹੈ। ਦਰਸ਼ਨ ਪ੍ਰੀਤੀਮਾਨ ਤਾਂ ਉਹ ਬੰਦਾ ਹੈ ਜਿਹੜਾ ਐਸੇ ਥੋੜੇ ਜਿਹੇ ਸਮੇਂ 'ਚ 5ਵੀਂ ਪੁਸਤਕ ਦੇ ਰਿਹਾ ਸਾਹਿਤ ਸੰਸਾਰ ਨੂੰ। ਬਹੁਤ ਵੱਡੀ ਗੱਲ ਹੈ। 5ਵੀਂ ਕਿਤਾਬ ਅਨਮੋਲ ਰਤਨ ਅਨਮੋਲ ਹੀਰੇ ਨਰੋਈਆਂ ਸੋਚਾਂ 3 ਤਾਂ ਇਹੋ ਜਿਹੀਆਂ ਪੁਸਤਕਾਂ ਹੈ ਕਿ ਇਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਕਿੰਨੀ ਮਿਹਨਤ ਕੀਤੀ ਹੋਣੀ ਹੈ ਕਿ ਇਹ ਇਕੱਲੇ ਬੰਦੇ ਕੋਲੇ ਗਿਆ। ਨਰੋਈਆਂ ਸੋਚਾਂ ਤਾਂ ਇਹ ਪਿੰਡ ਦੇ ਆਮ ਲੋਕਾਂ ਕੋਲੇ ਗਿਆ। ਉੱਥੇ ਮਾਨਕ ਖੇੜੇ ਪਤਾ ਨਹੀਂ ਕਿਹੜੇ ਖੇੜੇ ਇੱਕ ਬੱਚੀ ਸਰਪੰਚ ਹੈ 23 ਸਾਲ ਦੀ ਉਹਦਾ ਲੇਖ ਮੈਂ ਪੜ੍ਹਿਆ ਹੈਗਾ। ਇੱਥੇ ਸਾਡੇ ਸੁਰਿੰਦਰ ਧੀਰ ਹੈਗਾ ਇੱਕ ਮੇਰੇ ਨਾਲ ਸਿਹਤ ਵਿਭਾਗ 'ਚ ਰਿਹਾ ਉਹ ਬਠਿੰਡੇ ਉਹਦੇ ਕੋਲੇ ਗਿਆ ਹੋਣਾ ਉਹਦਾ ਲੇਖ ਹੈ। ਮਤਲਬ ਮੇਰੇ ਵਰਗਿਆਂ ਨੂੰ ਵੀ ਸ਼ਾਮਲ ਕਰਤਾ। ਉਹ ਦੂਜੀਆਂ ਅਨਮੋਲ ਰਤਨ ਤੇ ਅਨਮੋਲ ਹੀਰੇ 'ਚ ਤਾਂ ਇਹਨੇ ਕਾਦਰ ਯਾਰ ਬੁੱਲੇ ਸ਼ਾਹ ਹਾਸ਼ਮ ਸ਼ਾਹ ਤੇ ਸ਼ਾਹ ਹੁਸੈਨ ਵਰਗਿਆਂ ਤੋਂ ਹਰਗੋਬਿੰਦ ਸ਼ੇਖਪੁਰੀਆ ਵਰਗਿਆਂ ਨੂੰ ਆਪਦੀਆਂ ਪੁਸਤਕਾਂ 'ਚ ਉਹਨਾਂ ਦੇ ਬਰਾਬਰ ਬਿਠਾਤਾ। ਇਹੋ ਜਿਹਾ ਕੋਈ ਬੰਦਾ ਹੋਊਗਾ ਦਿਆਨਤਦਾਰ ਕੋਈ ਨਹੀਂ ਮੈਨੂੰ ਤਾਂ ਦਿਸਿਆ ਇੱਥੇ ਪੰਜਾਬ 'ਚ ਹੈਗਾ। ਮੈਂ ਕਹਿਣਾ ਵੀ ਇਹਨਾਂ ਲੋਕਾਂ ਦੀ ਉਹ ਸਹਿਯੋਗ ਤੇ ਸਹਾਇਤਾ ਕਰਨੀ ਚਾਹੀਦੀ ਹੈ। ਸਾਡੇ ਸਾਹਿਤਕਾਰਾਂ ਨੂੰ ਵੀ ਸਾਡੇ ਪੱਤਰਕਾਰਾਂ ਨੂੰ ਵੀ ਸਾਡੇ ਜਿਹੜੇ ਐਮਐਲਏ ਸਾਹਿਬਾਨ ਮੰਤਰੀ ਸੰਤਰੀ
ਡੀਸੀਆਂ ਕਮਿਸ਼ਨਰਾਂ ਇਹਨਾਂ ਨੂੰ ਇਹ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਮੈਂ ਉਹ ਗੱਲ ਫਿਰ ਕਹਿ ਦਿੰਦਾ, ਢਲ ਦੇ ਪਰਛਾਵੇਂ ਉਹਨਾਂ ਦੀ ਇੱਕ ਕਿਤਾਬ ਹੋਰ ਆਈ ਸੀ ਗਿਆਨ ਖਜ਼ਾਨਾ। ਮੈਂ ਗਿਆਨ ਖਜ਼ਾਨਾ ਪੜ੍ਹੀ ਸਾਰੀ, ਉਹਦੇ 'ਚ ਐਸੀ ਚੀਜ਼ ਲਿਖੀ ਹੈ ਕਮਾਲੂ ਸਾਹਿਬ ਕਿ ਇੱਕ ਤਾਂ ਵਿਆਹ 'ਚ ਜਿੰਨੀਆਂ ਚੀਜ਼ਾਂ ਵਰਤੀ ਦੀਆਂ, ਇੱਕ ਸੰਦ ਖੇਤੀਬਾੜੀ ਦੇ ਔਰ ਇੱਕ ਕਿਸੇ ਦੁਕਾਨਦਾਰ ਤੇ ਜਿਹੜੀਆਂ ਚੀਜ਼ਾਂ ਪਈਆਂ, ਇੱਕ ਵੀ ਚੀਜ਼ ਨਹੀਂ ਛੱਡੀ। ਸੈਂਕੜੇ ਨਹੀਂ, ਮੈਨੂੰ ਲੱਗਦਾ ਹਜ਼ਾਰਾਂ ਚੀਜ਼ਾਂ। ਮੈਂ ਛੰਦ ਵਿਧਾ ਦਾ ਵਿਧਾਨ ਦਾ ਬੰਦਾ, ਮੇਰੀ ਸਮਾਂ ਜੀਵਨੀ, ਮੇਰੀਆਂ ਪੈੜਾਂ ਵੀ ਮੈਂ ਛੰਦ ਵਿਧਾ 'ਚ ਲਿਖ ਰਿਹਾ, ਵਾਰਤਕ 'ਚ ਘੱਟ ਹੈ। ਇਹ ਬੰਦੇ ਨੇ ਉਹ ਛੰਦ ਪੈਦਾ ਕੀਤੇ ਨਾ ਜਿਹੜੇ ਗਾਏ ਜਾ ਸਕਦੇ ਨੇ। ਮੈਂ ਇਹਨੂੰ ਵਿਚਾਰੇ ਨੂੰ ਕਿਹਾ ਆਪਾਂ ਅੱਜ ਇੱਕ ਤੇਰਾ ਛੰਦ ਗਾ ਦਿਆਂਗੇ, ਖੇਤੀਬਾੜੀ ਦੇ ਸੰਦਾਂ ਨਾਲੇ ਕਿਸਾਨਾਂ ਦੀ ਗੱਲ ਹੋ ਜੂਗੀ। ਕਹਿੰਦਾ ਨਹੀਂ ਜੀ, ਆਪਾਂ ਫੇਰ ਕਿਸੇ ਦਿਨ ਗਾਵਾਂਗੇ। ਮਤਲਬ ਇੰਨਾ ਸੰਗਾਲੂ ਤੇ ਸ਼ਰੀਫ ਤੇ ਸੁਹਿਰਦ, ਸੰਵੇਦਨਸ਼ੀਲ, ਸਪਸ਼ਟ, ਸਹੀ ਸੋਚ ਅਪਰੋਚ ਵਾਲਾ ਬੰਦਾ ਜੇ ਤੁਹਾਡੇ ਇਲਾਕੇ 'ਚ ਨਹੀਂ, ਇਸ ਮਾਲਵੇ ਖਿੱਤੇ 'ਚ ਹੈ ਤਾਂ ਉਹ ਦਰਸ਼ਨ ਪ੍ਰੀਤੀਮਾਨ ਹੈ। ਢਲ ਦੇ ਪਰਛਾਵਿਆਂ ਨੂੰ ਭਰਦਿਆਂ ਤੁਹਾਡੇ ਜੇ ਹੰਝੂਆਂ ਦੀਆਂ ਨਦੀਆਂ ਨਾ ਵਗਦੀਆਂ ਤਾਂ ਮੈਨੂੰ ਕਿਹੋ। ਤੁਸੀਂ ਸਾਰੇ ਪੜ੍ਹੋਗੇ ਢਲ ਦੇ ਪਰਛਾਵੇਂ। ਆਹ ਜਿਹੜੇ ਬੈਠੇ ਆ ਅਸੀਂ ਪੁਸਤਕਾਂ ਪੜ੍ਹਨ ਤੇ ਲਿਖਣ ਤੇ ਬਰਾਬਰ ਦਾ ਜ਼ੋਰ ਲਾਉਣਾ ਚਾਹੀਦਾ ਹੈ। ਲਿਖਦੇ ਆ, ਆਪਦੀ ਛਪਾ ਦਿੰਦੇ ਆ, ਦੂਜੇ ਦੀ ਪੜ੍ਹਦੇ ਨਹੀਂ। ਮੈਂ ਸਾਰੀਆਂ ਪੁਸਤਕਾਂ ਦਾ ਪਾਠ ਕੀਤਾ ਇਸ ਬੰਦੇ ਦਾ। ਇਹ ਮੈਂ ਤਾਂ ਦੱਸਿਆ ਤੁਹਾਨੂੰ, ਮੈਂ ਜਵਾਨੀ ਦੱਸ ਰਿਹਾ। ਇਹਦੀਆਂ ਸਾਰੀਆਂ ਚਾਰੇ ਪੁਸਤਕਾਂ ਮੇਰੇ ਕੋਲੇ ਪਹੁੰਚੀਆਂ, ਪੰਜਵੀਂ ਆ ਵੀ ਪਹੁੰਚ ਜਾਣੀ ਹੈ। ਮੈਂ ਇਹਨੂੰ ਉਵੇਂ ਦੇਖਿਆ ਨਹੀਂ ਹੈ, ਪਰ ਮੈਂ ਜਿੰਨੀ ਕੁ ਓਵਰਆਲ ਮੇਰੀ ਸਮਝ ਬਣੀ ਹੈ ਪਰਚਾ ਸੁਣ ਕੇ, ਤਾਂ ਢਲ ਦੇ ਪਰਛਾਵੇਂ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਸੰਕਲਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਦਰਦ, ਸਾਡੇ ਭਾਰਤ ਦੀ ਉਹ ਅਵਸਥਾ, ਸਾਡੀ ਜਿਹੜੀ ਤਰਾਸਦੀ ਹੈ, ਸਾਡੀ ਵੰਡਾਈ ਦੀ, ਜਿਹੜੇ ਸਾਡੇ ਲੋਕ ਗਏ, ਜਾਂ ਅੱਜ ਦੀ ਜਿਹੜੀ ਕਿਸਾਨ ਸੰਘਰਸ਼ ਦੀ ਗੱਲ ਹੈ, ਉਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਪਹਿਲਾਂ ਹੀ ਉਹਨਾਂ ਕਹਾਣੀਆਂ 'ਚ ਪਾ ਦਿੱਤੀਆਂ। ਇਸ ਲਈ ਮੈਂ ਅਗਲੀ ਚਰਚਾ ਸ਼ੁਰੂ ਕਰਨ ਦੀ ਸਾਰੇ ਪ੍ਰਧਾਨਗੀ ਮੰਡਲ ਤੋਂ ਤੇ ਤੁਹਾਥੋਂ ਇਜਾਜ਼ਤ ਲੈਂਦਾ ਹੋਇਆ, ਮੈਂ ਆਪਣੇ ਵੱਲੋਂ ਆਪਣੇ ਸਾਥੀ ਮੇਰੇ ਨਾਲ ਆਏ ਨੇ, ਚੇਤਾ ਸਿੰਘ ਜੀ ਮਹਿਰਮੀਆਂ ਸਰਪ੍ਰਸਤ ਗੁਰੂ ਕਾਸ਼ੀ ਸਾਹਿਤ ਸਭਾ ਰਜਿਸਟਰ ਤਲਵੰਡੀ ਸਾਬੋ, ਔਰ ਸਾਡੀ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਦੇ ਸਮੂਹ ਅਹੁਦੇਦਾਰਾਂ ਮੈਂਬਰਾਂ ਵੱਲੋਂ, ਕਿਉਂਕਿ ਦਰਸ਼ਨ ਪ੍ਰੀਤੀਮਾਨ ਸੀਨੀਅਰ ਮੀਤ ਪ੍ਰਧਾਨ ਹੈ, ਮੰਗਤ ਕੁਲਜਿੰਦ ਜੀ ਬੈਠੇ ਨੇ, ਇਹਨਾਂ ਨੂੰ ਅਸੀਂ ਵਿਦੇਸ਼ ਚੋਂ ਪ੍ਰਚਾਰ ਪ੍ਰੈਸ ਪ੍ਰਸਾਰ ਸਕੱਤਰ ਨਿਯੁਕਤ ਕੀਤਾ ਅਮਰੀਕਾ ਚੋਂ, ਔਰ ਜਿਹੜੇ ਸਾਡੇ ਸੁਖਦਰਸ਼ਨ ਗਰਗ ਜੀ ਨੇ, ਇਹਨਾਂ ਨੂੰ ਵੀ ਐਡੀਟਰ ਪੋਸਟ ਚੁਣਿਆ ਗਿਆ ਹੈਗਾ ਗੁਰੂ ਕਾਸ਼ੀ ਸਾਹਿਤ ਅਕੈਡਮੀ 'ਚ। ਇਹਨਾਂ ਦੀ ਸੰਜੀਦਗੀ, ਇਹਨਾਂ ਦੀ ਲਿਬਰਲਨੈਸ ਔਰ ਇਹਨਾਂ ਦੀ ਜਿਹੜੀ ਸੋਚ ਹੈਗੀ। ਸਾਡੇ ਜਸ ਬਠਿੰਡਾ ਜੀ, ਇਹ ਵੀ ਸਾਡੇ ਮੈਂਬਰ ਬਣੇ ਨੇ। ਮੈਂ ਬੇਨਤੀ ਵੀ ਕਰਾਂਗਾ ਕਿ ਗੁਰੂ ਕਾਸ਼ੀ ਸਾਹਿਤ ਅਕੈਡਮੀ ਦਮਦਮਾ ਸਾਹਿਬ ਦੇ ਤੁਸੀਂ ਜਿਹਨੇ ਖੁਸ਼ੀ ਨਾਲ ਆਪਣੀ ਇੱਛਾ ਨਾਲ ਪ੍ਰਫਾਰਮਾ ਭਰ ਕੇ ਉਸ ਦਾ 2 ਫੋਟੋ ਪਾਸਪੋਰਟ ਸਾਈਜ਼ ਦੇ ਕੇ ਮੈਂਬਰ ਬਣੋ। ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।